दूसरे ग्रुप विच लिखिया है, बाबा जी मुझे पता है कि मन मैं नहीं, मुझे यह भी पता है कि मन की सारी बातें झूठ हैं और उनकी कोई बुनियाद नहीं, पर फिर भी वो मुझे कैसे खींच लेता है। ऐसी स्थिति बहुत धार्मिक लोगों की है। थोड़ा जिहा ख्याल करियो। मुझे पता है कि मन मैं नहीं, ये किन्नू पता है? ये कौन कह रहा है मन मैं नहीं? मन ही तो कह रहा है। ते मन ये भी कह रहा है कि मुझे यह भी पता है कि मन की सारी बातें झूठ हैं। ये भी मन ही कह रहा है। मन की कोई बुनियाद नहीं, ये भी ही मन ही कह रहा है। देखो, फिर मन ये भी कह रहा है कि वो कैसे खींच लेता है। मन ही कह रहा है मन कैसे खींच लेता है अपनी तरफ। देखो तुसी, मन नू मन द्वारा नहीं समझिया जा सकता। इहो ही तां वार वार किया जाता है ते किया गया है। गुर किरपा जह नर को कीनी, तेह जुगत पछानी। नानक लीन पयो गोबिंद सिंह, ज्यों पानी संग पानी। गुरु दी महिमा इन्नी क्यों गाई है? गुरु दी की लोड़ है? हुण ख्याल करियो भी सारा उपदेश ते दिता होया है। किन्ना उपदेश दिता होया, किन्ना समझाया गया है हर पक्ष तो। ऐसा नहीं आदमी पढ़ता है, समझ भी लेंदा है। इन्होंने समझिया होया है, आ जानकारी है। ऐसी जानकारी लोगों को बहुत है धार्मिक। तुसी पुछो तो कह भी देंदे हन, जिवें इन्हां ने किया है कि मन मैं नहीं, मन झूठ है, मन का कोई अस्तित्व नहीं। ये सिर्फ जानकारी है ना, सुन सुन के याद कर लियां गल्लां, चेते कर लियां, ख्याल विच आ गई। सुनिया होया है ना। इहो ही समस्या है। अध्यात्मिक मार्ग ते जदों कोई चलदा है ना, तो उन्होंने इहो ही ख्याल हुंदा है भी ये मैं सब कुछ जान लूँगा, समझ लूँगा, तो जो मैं समझ लई सारी गल ते मुक्त हो ही जाऊँगा। पर समझ विच भी आ जावे तां भी मुक्त नहीं हो पाउंदा। तुसीं देख ही रहे हो ना। भी इन्नी गल भी जान रहे हैं भी मन मैं नहीं हूँ, मन झूठ है, मन दी कोई बुनियाद नहीं, फिर भी मन अपनी तरफ किवें खिंच लैंदा है।
ਐਸਾ ਬਹੁਤੇ ਨਾਮ ਹੀ ਕਹਿਣ, ਪਰ ਬਹੁਤਿਆਂ ਦਾ ਸਵਾਲ ਹੈ ਵੀ ਜਿਹਨੂੰ ਅਸੀਂ ਝੂਠ ਜਾਣ ਰਹੇ ਹਾਂ, ਕਿਹਾ ਜਾ ਰਿਹਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇਮੀ, ਦੂਸਰੇ ਨੂੰ ਵੀ ਸਮਝਾਉਣ ਲੱਗ ਜਾਂਦੇ ਹਾਂ, ਪਰ ਉਹ ਝੂਠ ਦੇ ਪਿੱਛੇ ਅਸੀਂ ਕਿਉਂ ਜਾ ਰਹੇ ਹਾਂ? ਜਾ ਰਹੇ ਜੇ ਝੂਠ ਦਾ ਪਤਾ ਲੱਗ ਗਿਆ ਫਿਰ ਵੀ ਜਾ ਰਹੇ ਹਾਂ। ਜਦੋਂ ਕੁਛ ਸਮੇਂ ਪਹਿਲਾਂ ਅਸੀਂ ਭਰਮਣ ਕਰ ਰਹੇ ਸੀ, ਮੇਰੇ ਨਾਲ ਜਿਹੜਾ ਨੌਜਵਾਨ ਸੀ ਨਾ, ਉਹਨੂੰ ਕਾਫੀ ਮੇਰੀਆਂ ਗੱਲਾਂ ਚੇਤੇ ਹੋ ਗਈਆਂ, ਕਿਉਂਕਿ ਰੋਜ਼ ਸੁਣਦਾ ਸੀ, ਸੁਣ ਕੇ ਚੇਤੇ ਹੋ ਜਾਂਦੀਆਂ। ਤੇ ਉਹ ਦੂਸਰੇ ਨੂੰ ਸਮਝਾਉਣ ਲੱਗ ਜਾਂਦਾ, ਆਮ ਸਧਾਰਨ ਬੰਦੇ ਨੂੰ ਵੀ ਕਹਿਣ ਲੱਗ ਜਾਂਦਾ ਵੀ ਤੁਸੀਂ ਕਿਉਂ ਭੱਜੇ ਫਿਰਦੇ ਹੋ, ਸੰਸਾਰ ਝੂਠ ਹੈ। ਜਿਹਨੂੰ ਧਰਮ ਦਾ ਬਹੁਤਾ ਪਤਾ ਵੀ ਨਹੀਂ, ਉਹਨੂੰ ਵੀ ਦੱਸਣਾ ਸ਼ੁਰੂ ਕਰ ਦਿੰਦਾ ਕਿ ਸੰਸਾਰ ਝੂਠ ਹੈ, ਛੱਡ ਕੇ ਜਾਣਾ। ਮੈਂ ਉਹਨੂੰ ਕਹਿਣਾ ਵੀ ਤੂੰ ਕਿਉਂ ਸਮਝਾਉਣਾ ਹੈ? ਪਹਿਲੇ ਤੇ ਗੱਲ ਇਹ ਹੈ ਵੀ ਤੈਨੂੰ ਪਤਾ ਹੀ ਨਹੀਂ ਹੈ ਵੀ ਜਿਹਨੂੰ ਸਮਝਾ ਰਿਹਾ ਉਹਨੂੰ ਸਮਝਾਉਣਾ ਵੀ ਹੈ ਕਿ ਨਹੀਂ ਸਮਝਾਉਣਾ, ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ ਕਰਨੀ। ਵੀ ਉਹ ਤੇ ਆਮ ਸੰਸਾਰੀ ਹੈ, ਦੁਨਿਆਵੀ ਆਦਮੀ, ਉਹਨੂੰ ਕੀ ਪਤਾ ਹੈ ਅਧਿਆਤਮਿਕ ਦੀਆਂ ਗੱਲਾਂ ਦਾ। ਫਿਰ ਦੂਸਰੀ ਗੱਲ ਹੈ ਵੀ ਤੂੰ ਜਾਣਦਾ ਹੈ ਅਸੱਤ ਹੈ ਝੂਠ, ਸਿਰਫ ਸੁਣਿਆ ਹੈ ਨਾ ਅਤੇ ਯਾਦ ਕਰ ਲਿਆ। ਮੇਰੀਆਂ ਗੱਲਾਂ ਯਾਦ ਹੋ ਗਈਆਂ, ਬਹੁਤਿਆਂ ਨੂੰ ਯਾਦ ਹੋ ਗਈਆਂ ਹਨ, ਬਹੁਤੇ ਦੂਸਰਿਆਂ ਨੂੰ ਵੀ ਸਮਝਾਉਂਦੇ ਹਨ। ਉਹ ਸਿਰਫ ਇਕੱਲਾ ਨਹੀਂ ਸਮਝਾ ਰਿਹਾ ਹੈ ਨੌਜਵਾਨ, ਜਿਹੜੇ ਚਿਰ ਤੋਂ ਸੁਣਦੇ ਹਨ ਨਾ ਪ੍ਰੇਮੀ, ਉਹ ਬੜਾ ਉਪਦੇਸ਼ ਦਿੰਦੇ ਹਨ ਦੂਸਰੇ ਨੂੰ। ਬੜੀਆਂ ਗੱਲਾਂ ਯਾਦ ਹੋ ਗਈਆਂ, ਚੇਤੇ ਹੋ ਗਈ, ਪਰ ਉਹਨਾਂ ਗੱਲਾਂ ਦਾ ਆਪਣੇ 'ਤੇ ਅਸਰ ਨਹੀਂ ਹੈ। ਆਪ ਤੇ ਉਸੇ ਮੋਹ ਮਮਤਾ ਦੇ ਵਿੱਚ ਫਸੇ ਹੋਏ ਹਨ, ਉਸੇ ਝੂਠ ਦੇ ਪਿੱਛੇ ਜਾ ਰਹੇ ਹਨ, ਉਸੇ ਮਨ ਦੇ ਪਿੱਛੇ ਜਾ ਰਹੇ ਹਨ, ਪਰ ਕਹਿ ਰਹੇ ਹਨ ਮਨ ਝੂਠ ਹੈ, ਅਸੱਤ ਹੈ। ਐਸਾ ਹੀ ਹੋ ਰਿਹਾ ਹੈ, ਤਕਰੀਬਨ ਸਾਰੇ ਧਾਰਮਿਕ ਜਗਤ 'ਚ ਐਸਾ ਹੀ ਹੁੰਦਾ ਆਇਆ ਹੈ ਅਤੇ ਐਸਾ ਹੀ ਹੋ ਰਿਹਾ ਹੈ। ਲੋਕ ਧਰਮ ਦੀਆਂ ਗੱਲਾਂ, ਧਾਰਮਿਕ ਉਪਦੇਸ਼ ਨੂੰ ਯਾਦ ਕਰ ਲੈਂਦੇ ਹਨ, ਚੇਤੇ ਕਰ ਲੈਂਦੇ ਹਨ ਅਤੇ ਦੂਸਰੇ ਨੂੰ ਸਮਝਾਉਣ ਲੱਗ ਜਾਂਦੇ ਹਨ। ਇਹ ਬਹੁਤ ਵੱਡੀ ਸਮੱਸਿਆ ਹੈ। ਉਹ ਸੋਚਦੇ ਹਨ ਸ਼ਾਇਦ ਸਾਨੂੰ ਪਤਾ ਹੈ। ਇਹ ਤੇ ਫਿਰ ਵੀ ਕਹਿ ਰਹੇ ਹਨ ਨਾ ਵੀ ਅਸੀਂ ਮਨ ਦੇ ਪਿੱਛੇ ਕਿਉਂ ਚਲੇ ਜਾਂਦੇ ਹਾਂ। ਪਰ ਬਹੁਤੇ ਧਾਰਮਿਕ ਲੋਕ ਐਸਾ ਨਹੀਂ ਕਹਿੰਦੇ ਹਨ। ਇੰਨੀ ਤਾਂ ਇਮਾਨਦਾਰੀ ਹੈ ਇਹਨਾਂ ਵਿੱਚ ਵੀ ਇੰਨਾ ਇਹ ਜਾਣਦੇ ਹਨ ਵੀ ਇਸ ਮਨ ਦੇ ਪਿੱਛੇ ਜਾ ਰਹੇ ਹਾਂ, ਵਿਚਾਰਾਂ ਦੇ ਨਾਲ ਜੁੜ ਰਹੇ ਹਾਂ, ਮਨ ਦੁਆਰਾ ਸੰਸਾਰ ਦੇ ਨਾਲ ਜੁੜ ਰਹੇ ਹਾਂ, ਦੁੱਖ ਪਾ ਰਹੇ ਹਾਂ, ਪਤਾ ਹੁੰਦਿਆਂ ਹੋਇਆਂ ਵੀ। ਪਰ ਪਤਾ ਹੋ ਜਾਣਾ ਗੱਲ ਹੋਰ ਹੈ, ਜਾਣਕਾਰੀ ਹੋ ਜਾਣੀ ਗੱਲ ਹੋਰ ਹੈ। ਇਹੋ ਹੀ ਤਾਂ ਕਿਹਾ ਜਾ ਰਿਹਾ ਹੈ ਵੀ ਪਰਮਾਤਮਾ ਬਾਰੇ ਤਾਂ ਬਹੁਤ ਜਾਣਦੇ ਹਨ ਲੋਕ, ਧਾਰਮਿਕ ਉਪਦੇਸ਼ ਬਹੁਤ ਪੜ੍ਹਿਆ ਹੋਇਆ ਹੈ, ਬਹੁਤ ਸਮਝਿਆ ਹੋਇਆ ਹੈ ਲੋਕਾਂ ਨੇ, ਬੜੀ ਜਾਣਕਾਰੀ। ਇੱਕ ਇੱਕ ਗੱਲ ਤੁਹਾਨੂੰ ਸਮਝਾ ਦੇਣੀ। ਇਹੋ ਇਹ ਕਾਰਨ ਹੈ ਵੀ ਬਹੁਤ ਸਾਰੇ
ਜਿਹੜੇ ਪਰਮ ਪੁਰਖ ਹਨ ਨਾ, ਉਹ ਚੁੱਪ ਰਹਿ ਜਾਂਦੇ ਹਨ। ਚੁੱਪ ਤਾਂ ਹੀ ਰਹਿੰਦੇ ਹਨ ਵੀ ਉਹ ਜਾਣਦੇ ਹਨ ਲੋਕਾਂ ਦੇ ਸੁਭਾਅ ਨੂੰ, ਵੀ ਲੋਕ ਗੱਲਾਂ ਚੇਤੇ ਕਰ ਲੈਂਦੇ ਹਨ। ਜੋ ਕਹਿੰਦੇ ਹਨ ਉਹ ਨਹੀਂ ਕਰਦੇ ਹਨ, ਸਿਰਫ ਉਹਨਾਂ ਦੀਆਂ ਗੱਲਾਂ ਚੇਤੇ ਕਰ ਲੈਂਦੇ ਹਨ, ਉਪਦੇਸ਼ ਚੇਤੇ ਕਰ ਲੈਂਦੇ ਹਨ, ਉਹਨੂੰ ਦੁਹਰਾਉਣਾ ਸ਼ੁਰੂ ਕਰ ਦਿੰਦੇ ਹਨ, ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ, ਵਿਚਾਰ ਕਰਨੇ ਸ਼ੁਰੂ ਕਰ ਦਿੰਦੇ ਹਨ। ਪਰ ਵਿਚਾਰ ਦੇ ਤਲ 'ਤੇ ਉਹ ਗੱਲ ਥੋੜ੍ਹੀ ਸਮਝ ਵਿੱਚ ਆਉਂਦੀ, ਉਹ ਤਾਂ ਉੱਥੇ ਜਾ ਕੇ ਆਊਗੀ ਨਾ ਜਿੱਥੋਂ ਕਹੀ ਗਈ। ਹੁਣ ਜਿਹੜਾ ਜਾਣਦਾ ਹੈ ਸੰਸਾਰ ਝੂਠ ਹੈ, ਉਹ ਸੰਸਾਰ ਤੋਂ ਅਲੱਗਾ ਹੋ ਕੇ ਕਹਿ ਰਿਹਾ ਹੈ। ਬਾਬੇ ਨਾਨਕ ਨੇ ਸੰਸਾਰ ਤੋਂ ਅਲੱਗਾ ਹੋ ਕੇ ਕਹੀ ਸੀ ਇਹ ਗੱਲ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਉਹ ਜਾਣਦੇ ਸਨ। ਜਿਵੇਂ ਤੁਸੀਂ ਰਾਤ ਦਾ ਸੁਪਨਾ ਦੇਖੋ, ਤੁਸੀਂ ਸੁਪਨੇ ਦੇ ਵਿੱਚ ਸੁਪਨੇ ਨੂੰ ਝੂਠ ਕਹਿ ਰਹੇ ਹੋ, ਸੁਪਨਾ ਦੇਖ ਰਹੇ ਹੋ, ਕਹਿ ਰਹੇ ਹੋ ਝੂਠ ਹੈ, ਅਸੱਤ ਹੈ, ਮਿਥਿਆ ਹੈ। ਪਰ ਜਿਹੜੇ ਸੁਪਨੇ ਤੋਂ ਜਾਗ ਗਏ ਹਨ, ਜਦੋਂ ਉਹ ਕਹਿੰਦੇ ਹਨ ਝੂਠ ਸੀ, ਉਹ ਸੁਪਨੇ ਤੋਂ ਜਾਗ ਕੇ ਕਹਿ ਰਹੇ ਹਨ। ਉਹ ਰਾਤ ਵਾਲੇ ਸੁਪਨੇ ਨੂੰ ਤਾਂ ਤੁਸੀਂ ਜਾਗ ਜਾਂਦੇ ਹੋ, ਸਵੇਰੇ ਕਹਿ ਦਿੰਦੇ ਹੋ ਝੂਠ ਸੀ, ਮੈਂ ਸੱਚ ਸਮਝ ਲਿਆ ਸੀ। ਭਾਵੇਂ ਸੁਪਨੇ ਦੇ ਵਿੱਚ ਵੀ ਤੁਸੀਂ ਕਹਿ ਰਹੇ ਸੀ ਝੂਠ ਹੈ, ਤਾਂ ਵੀ ਦੇਖਦੇ ਰਹੇ ਸੀ। ਪਰ ਜਾਗ ਕੇ ਤੁਹਾਨੂੰ ਪਤਾ ਲੱਗਦਾ। ਇਵੇਂ ਹੀ ਇਹ ਦਿਨ ਦੇ ਸੁਪਨੇ ਤੋਂ ਤੁਸੀਂ ਜਦੋਂ ਜਾਗੋਗੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਸੁਪਨਾ ਹੈ, ਸੁਪਨਾ ਸੀ। ਪਰ ਸੁਪਨੇ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗੇਗਾ। ਜਦੋਂ ਝੂਠ ਵੱਲੋਂ ਬਿਲਕੁਲ ਧਿਆਨ ਹਟ ਜਾਵੇਗਾ, ਤੁਸੀਂ ਸੱਚ ਵਿੱਚ ਟਿਕ ਜਾਓਗੇ, ਫਿਰ ਪਤਾ ਲੱਗੇਗਾ ਵੀ ਸਭ ਕੁਝ ਝੂਠ ਹੈ, ਪਹਿਲਾਂ ਨਹੀਂ। ਇਹ ਗੱਲ ਖਿਆਲ ਵਿੱਚ ਰੱਖਣੀ, ਲੜ ਪੱਲੇ ਬੰਨ੍ਹ ਲੈਣੀ ਹੈ। ਕਿਸੇ ਨੂੰ ਉਪਦੇਸ਼ ਨਾ ਦਿਓ। ਅਗਰ ਤੁਸੀਂ ਵਾਸਤਵਿਕ ਦੇ ਵਿੱਚ ਪਰਮਾਰਥ ਦੇ ਮਾਰਗ 'ਤੇ ਚੱਲਣਾ ਹੈ ਨਾ, ਖਿਆਲ ਵਿੱਚ ਰੱਖੋ, ਜਿੰਨੇ ਵੀ ਸੁਣਦੇ ਹਨ ਸਰੋਤੇ, ਜਿੰਨਾ ਚਿਰ ਤੁਸੀਂ ਜਾਣ ਨਾ ਲਓ, ਉਹਨਾਂ ਚਿਰ ਸੁਣੀਆਂ ਸੁਣਾਈਆਂ ਗੱਲਾਂ ਨਾ ਦੱਸੋ, ਕਿਸੇ ਨੂੰ ਨਾ ਕਹੋ। ਸਿਰਫ ਯਾਦ ਕੀਤੀਆਂ, ਚੇਤੇ ਕੀਤੀਆਂ ਹੋਈਆਂ ਗੱਲਾਂ ਦਾ ਤੁਹਾਡੇ 'ਤੇ ਅਸਰ ਨਹੀਂ ਹੋ ਰਿਹਾ ਅਤੇ ਦੂਸਰੇ 'ਤੇ ਨਹੀਂ ਹੋਵੇਗਾ। ਜਿਵੇਂ ਇਹਨਾਂ ਨੇ ਲਿਖਿਆ ਹੋਇਆ ਵੀ ਮਨ ਝੂਠ ਹੈ, ਅਸੱਤ ਹੈ, ਇਹਦੀ ਕੋਈ ਬੁਨਿਆਦ ਨਹੀਂ, ਇਹਨਾਂ 'ਤੇ ਅਸਰ ਹੋਈ ਗੱਲ ਹੈ। ਇਹਨਾਂ ਨੇ ਜਾਣ ਵੀ ਲਿਆ ਮਨ ਅਸੱਤ ਹੈ, ਝੂਠ ਹੈ, ਇਹਦੀਆਂ ਗੱਲਾਂ ਬਿਲਕੁਲ ਝੂਠ ਹਨ, ਕੋਈ ਬੁਨਿਆਦ ਨਹੀਂ ਹੈ। ਪਰ ਕੰਮ ਤੇ ਉਲਟਾ ਹੋ ਰਿਹਾ ਹੈ। ਉਸੇ ਝੂਠ ਦੇ ਪਿੱਛੇ ਹੀ ਫੇਰ ਜਾ ਰਹੇ ਹਨ। ਇਤਿਹਾਸ ਹੋਣੀ ਗੱਲ ਹੋ ਗਈ ਨਾ, ਵੀ ਸਾਹਮਣੇ ਪਤਾ ਲੱਗਾ ਵੀ ਝੂਠ ਹੈ ਔਰ ਸੀ ਪਈ ਹੋਈ, ਸੱਪ ਨਹੀਂ ਹੈ। ਪਰ ਜਾ ਨਹੀਂ ਰਹੇ, ਡਰ ਲੱਗਦਾ। ਜਦੋਂ ਪਤਾ ਲੱਗ ਗਿਆ ਵੀ ਝੂਠ ਹੈ, ਸੱਪ ਨਹੀਂ ਹੈ ਉੱਥੇ, ਫਿਰ ਕਿਉਂ ਡਰਦੇ ਆ? ਨਹੀਂ, ਅਜੇ ਦੇਖਿਆ ਨਹੀਂ ਹੈ। ਕਿਸੇ ਨੇ ਕਿਹਾ ਹੈ, ਸੁਣ ਲਿਆ ਹੈ, ਪਰ ਵਾਸਤਵਿਕ ਦੇ ਵਿੱਚ ਅੰਦਰੋਂ ਅਨੁਭਵ ਨਹੀਂ, ਪ੍ਰਕਾਸ਼ ਦੁਆਰਾ ਨਹੀਂ ਦੇਖਿਆ। ਤੇ ਡਰ ਤੇ ਭੈ ਬਣਿਆ ਰਹੇਗਾ। ਤੇ ਜਿੰਨਾ ਚਿਰ ਝੂਠ ਤੋਂ ਛੁਟਕਾਰਾ ਨਹੀਂ ਹੁੰਦਾ ਹੈ, ਫਿਰ ਝੂਠ ਤੋਂ ਛੁਟਕਾਰਾ ਪਹਿਲਾਂ ਬਾਹਰੋਂ ਹੋਣਾ ਹੈ। ਖਿਆਲ ਵਿੱਚ ਰੱਖੋ, ਮਨ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰੋ, ਮਨ ਨੂੰ ਝੂਠ ਨਾ ਕਹੋ ਏਡੀ ਛੇਤੀ। ਖਿਆਲ ਵਿੱਚ ਰੱਖੋ, ਮਨ ਪੈਦਾ ਕਿੱਥੋਂ ਹੋ ਰਿਹਾ ਹੈ, ਪਹਿਲਾਂ ਇਹ ਖਿਆਲ ਕਰੋ। ਜਿੱਥੋਂ ਪੈਦਾ ਹੋ ਰਿਹਾ ਹੈ ਨਾ, ਪਹਿਲਾਂ ਉੱਥੋਂ ਹਟਾ ਲਓ।
ਫਿਰ ਤੁਸੀਂ ਆਪਣੇ ਅੰਦਰ ਆਓਗੇ। ਪੈਦਾ ਹੋ ਰਿਹਾ ਹੈ ਸੰਸਾਰ ਵਿੱਚੋਂ, ਸੰਸਾਰ ਦੀਆਂ ਵਾਸ਼ਨਾ 'ਚੋਂ, ਕਾਮਨਾਵਾਂ 'ਚੋਂ, ਇੱਛਾਵਾਂ 'ਚੋਂ, ਚਾਹਤ ਤੋਂ, ਸੰਸਾਰ ਦੀ ਵਿਚਾਰ ਤੋਂ ਪੈਦਾ ਹੋ ਰਿਹਾ ਹੈ ਨਾ ਮਨ। ਪਹਿਲਾਂ ਸੰਸਾਰ ਦੀ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਜਦੋਂ ਉੱਥੋਂ ਮੁਕਤ ਹੋ ਗਏ ਨਾ ਤੁਸੀਂ, ਫਿਰ ਤੁਸੀਂ ਆਪਣੇ ਕੋਲੇ ਆ ਗਏ। ਫਿਰ ਸਿਖਾਲਾ ਹੋਵੇਗਾ ਮਨ ਤੋਂ ਮੁਕਤ ਹੋਣਾ, ਕਿਉਂਕਿ ਪਹਿਲਾਂ ਤੁਸੀਂ ਜਿੱਤੇ ਵਿਚਾਰ ਕਰ ਰਹੇ ਹੋ, ਜਿਹਦੇ ਬਾਰੇ ਸੋਚ ਰਹੇ ਹੋ, ਉਹਨੂੰ ਸੱਚ ਸਮਝ ਰਹੇ ਹੋ। ਮਨ ਝੂਠ ਪਹਿਲਾਂ ਨਹੀਂ ਹੋਵੇਗਾ, ਪਹਿਲਾਂ ਮਨ ਜਿੱਥੋਂ ਪੈਦਾ ਹੋ ਰਿਹਾ ਹੈ ਉਹ ਝੂਠ ਹੋਵੇਗਾ। ਹੁਣ ਸੰਸਾਰ ਨੂੰ ਤੇ ਸੱਚ ਸਮਝ ਰਹੇ ਹੋ, ਸੰਸਾਰ ਦੀ ਵਿਚਾਰ ਕਰ ਰਹੇ ਹੋ, ਸੋਚ ਰਹੇ ਹੋ, ਕਿੰਨਾ ਕੁਛ ਅੱਗੇ ਦਾ ਖਿਆਲ ਕਰ ਰਹੇ ਹੋ, ਸਭ ਕੁਛ ਸੋਚ ਵਿਚਾਰ ਚੱਲ ਰਹੀ ਹੈ। ਜਿੱਤੋਂ ਪੈਦਾ ਹੋ ਰਿਹਾ ਹੈ ਮਨ, ਉਹ ਤੁਹਾਨੂੰ ਸੱਤ ਪ੍ਰਤੀਤ ਹੋ ਰਿਹਾ ਹੈ। ਤੇ ਮਨ ਝੂਠ ਕਿਵੇਂ ਹੋ ਜਾਏਗਾ? ਸਿਰਫ ਗੱਲਾਂ ਦੁਆਰਾ ਥੋੜ੍ਹੀ। ਕਿਸੇ ਨੇ ਕਹਿ ਦਿੱਤਾ ਝੂਠ ਹੈ, ਤੁਸੀਂ ਜਾਣ ਥੋੜ੍ਹੀ ਲਓਗੇ ਸੁਣ ਕੇ। ਸੁਣੀਆਂ ਹੋਈਆਂ ਗੱਲਾਂ ਥੋੜ੍ਹੀ ਵਾਸਤਵਿਕ ਹੁੰਦੀਆਂ। ਠੀਕ ਹੈ, ਕਿਹਾ ਜਾਂਦਾ ਹੈ ਸੁਣੋ, ਖਿਆਲ ਵਿੱਚ ਰੱਖੋ। ਇਸ ਕਰਕੇ ਕਿਹਾ ਜਾਂਦਾ ਹੈ ਵੀ ਇਹ ਸਭ ਕੁਝ ਝੂਠ ਹੈ, ਤੁਹਾਨੂੰ ਖਿਆਲ ਵਿੱਚ ਬਣਿਆ ਰਹੇ। ਪਰ ਝੂਠ ਤੋਂ ਛੁਟਕਾਰਾ ਪਾ ਕੇ ਤੁਹਾਨੂੰ ਪਤਾ ਲੱਗੂਗਾ ਝੂਠ ਹੈ, ਫਿਰ ਤੁਹਾਡਾ ਮਨ ਉੱਧਰ ਨਹੀਂ ਜਾਵੇਗਾ। ਜਿਹੜੀ ਗੱਲ ਝੂਠ ਹੀ ਹੈ ਉੱਧਰ ਕਿਵੇਂ ਜਾਵੇਗਾ? ਹੈ ਹੀ ਨਹੀਂ, ਸਿਰਫ ਖਿਆਲ ਹੈ। ਅਤੇ ਮਨ ਜਿਹੜਾ ਹੈ ਨਾ, ਇਹਨੂੰ ਬਹੁਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ, ਕਿਉਂਕਿ ਇਹ ਵਾਸਤਵਿਕ ਨਹੀਂ ਹੈ। ਇਹ ਗੱਲ ਠੀਕ ਹੈ, ਪਰ ਤੁਹਾਨੂੰ ਪਤਾ ਉਦੋਂ ਲੱਗੇਗਾ ਜਦੋਂ ਜਿਹਦੇ ਦੁਆਰਾ ਮਨ ਪੈਦਾ ਹੋ ਰਿਹਾ, ਸੰਸਾਰ ਦੁਆਰਾ ਮਨ ਪੈਦਾ ਹੋ ਰਿਹਾ। ਪਹਿਲਾਂ ਸੰਸਾਰ 'ਚੋਂ ਧਿਆਨ ਹਟਾਓ, ਫਿਰ ਮਨ ਵੱਲ ਆਓਗੇ।